तू अचरज कुदरत तेरी बिस्मा 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 तू अचरज कुदरत तेरी बिस्मा तू अचरज कुदरत तेरी बिस्मा तू अचरज कुदरत तेरी बिस्मा हर जुग जुग भगत उबाया ऐज रखदा राम राजे हरणा घुस दुष्ट हर मारिया कह रात तराया अंगारी अरविंद का पिठ दे नाम देव मोक्ष लाया जन नानक ऐसा सेविया अंत लाए छुड़ाया जन नानक ऐसा सेविया ਸਲੋਕ ਮਹਲਾ ਪਹਿਲਾ ਆਪੇ ਪੜ੍ਹੇ ਸੱਜਣ ਆਪੇ ਪੂਰਨੇ ਇੱਕ ਨਿੰਦ ਸਮਾਈ ਇੱਕ ਲਹਿਰਾਂ ਚੜੇ ਇੱਕ ਨਿਆਲੀ ਪੈ ਸੋਨੂੰ ਇੱਕ ਪਰਣ ਕੜੇ ਤਿਨਾ ਸਵਾਰੇ ਨਾਮ ਕਾ ਜਿनको ਨਦਰ ਕਰੀ ਮਾਲਾ ਦਿਚਾ ਆਪੇ ਸਾਜੇ ਕਰਿਆ ਜਾਈ ਭੇ ਰੱਖਿਆ ਤਿਸ ਵਿੱਚ ਜੰਤੂ ਪਾਏ ਕੇ ਦੇਖੇ ਥਾ ਪਿਓ ਥਾ ਕਿਸਨਾ ਕਹੀਏ ਨਾਨਕਾ ਸਭ ਕਿਛ ਆਪੇ ਆਪ ਬੜੀ ਵੱਡੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਦਾ ਕਦਰ ਕਰੀ ਤੇ ਜੀਆਂ ਰਿਜਕ ਸਵਾਰ ਸਾਈ ਕਰ ਭਾਵਣੀ ਤੁਰ ਛੋਡੀ ਜਨੇ ਗਾਏ ਨਾਨਕ ਦੀ ਬਾਣੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਹਿ ਜਾਏ ਜਾਏ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਵਡਿਆਈਆ ਕੁਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਪ੍ਰੇਮ ਦੇ ਜੀਆ ਰਿਜਕ ਸਮਾਨ ਸਾਈ ਕਾਰ ਕਮਾਨੀ ਤੁਰ ਸੋਭੇ ਤੁਮੈ ਪਾਏ ਨਾਨਕੇ ਕੀ ਬਾਹਰੀ ਹੁਕਮ ਨਾਹੀ ਜਾਏ ਸੋ ਕਰੇ ਜਿਤ ਸੈਰ ਜਾਏ ਸੋ ਕਰੇ ਜਿਤ ਸੈਰ ਜਾਏ ਸੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਵਾਹੇ ਗੁਰੂ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹੇ ਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ
जुगादि सच है भी सच नानक होसी भी सच वाहे गुरु वाहे गुरु वाहे गुरु वाहे गुरु वाहे गुरु जी। मीत कर मीत कर सोई हम मन सोई हम मन मीत कर मीत कर सोई हम मन सोई हम मन सुखा होटाल गुरु सेविय अहनिस दर्शन जन मरण दुख जाए सतनाम श्री वाहेगुरु साहिब जी। नट नारायण महला पंजवा दोपदे एक ओंकार सतगुर प्रसाद। उलाहनो मैं कहू न दियो मन मीठ तुहारो कियो। उलाहनो मैं कहू न दियो मन मीठ तुहारो कियो। साध संगत जी वाहेगुरु जी का खालसा वाहेगुरु जी की फतेह। गुर अमरदास परसीय पोहम पातिक विनाशह पाठ सहवान ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਇਸੇ ਮਹੀਨੇ ਦੀ 25 ਤਾਰੀਖ ਨੂੰ ਸਮੁੱਚਾ ਪੰਥ ਮਨਾਉਣ ਜਾ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਹਾਂ। ਭੱਟ ਸਹਿਬਾਨ ਕਹਿੰਦੇ, ਦੁਨੀਆ ਦੇ ਲੋਕੋ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪਰਸਣ ਦੇ ਨਾਲ ਸ੍ਰਿਸ਼ਟੀ ਦੇ, ਪ੍ਰਿਥਵੀ ਦੇ ਤਮਾਮ ਪਾਪ
ਨਾਸ਼ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀਏ ਉਹਮ ਕਹੀਏ ਪ੍ਰਿਥਵੀ, ਪਾਤਿਕ ਕਹੀਏ ਪਾਪ, ਵਿਨਾਸ਼ਹਿ ਕਹੀਏ ਨਾਸ਼ ਹੋਣਾ, ਨਾਸ਼ ਹੋ ਜਾਂਦੇ ਨੇ। ਗੁਰ ਅਮਰਦਾਸ ਪਰਸੀਏ ਉਹਮ ਪਾਤਿਕ ਵਿਨਾਸ਼ਹਿ। ਗੁਰ ਅਮਰਦਾਸ ਪਰਸੀਏ ਸਿੱਧ ਸਾਧਿਕ ਆਸਾਸਹਿ। ਸਿੱਧ ਬੜੇ ਬੜੇ ਸਿੱਧ 84 ਸਿੱਧ ਨਹੀਂ, ਕਰੋੜਾਂ ਹੀ ਸਿੱਧ ਤੇ ਕਰੋੜਾਂ ਹੀ ਜਗਿਆਸੂ ਆਸਾਸਹਿ। ਉਹ ਵੀ ਚਾਹੁੰਦੇ ਨੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਅਸੀਂ ਵੀ ਤੁਹਾਡੇ ਚਰਨਾਂ ਨੂੰ ਪਰਸਣਾ ਕਰੀਏ। ਗੁਰ ਅਮਰਦਾਸ ਪਰਸੀਏ ਸਿੱਧ ਸਾਧਿਕ ਆਸਾਸਹਿ। ਗੁਰ ਅਮਰਦਾਸ ਪਰਸੀਏ ਧਿਆਨ ਲਹੀਏ ਪਉ ਮੁਕੇ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸਣ ਦੇ ਨਾਲ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਪ੍ਰਾਪਤ ਹੁੰਦਾ ਹੈ ਇਸ ਜੀਵ ਨੂੰ। ਔਰ ਜਿਹੜਾ ਪਉ ਹੈ, ਪੰਧ ਹੈ, ਪਉ ਮੋਕਲਾ ਸਫਰ, ਜਨਮ ਤੇ ਮਰਨ ਦਾ ਗੇੜ, ਉਹ ਸਫਰ, ਉਹ ਭਟਕਣਾ ਸਾਰੀ ਮੁੱਕ ਜਾਂਦੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜਿਹੜਾ ਇੱਕ ਵਾਰੀ ਤੁਹਾਡੇ ਚਰਨਾਂ ਨੂੰ ਪਰਸ ਲੈਂਦਾ ਭਾਵਨਾ ਪ੍ਰੇਮ ਸਹਿਤ। ਗੁਰ ਅਮਰਦਾਸ ਪਰਸੀਏ ਧਿਆਨ ਲਹੀਏ ਪਉ ਮੁਕੇ। ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗਉ ਚੁੱਕੇ। ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਣ ਦੇ ਨਾਲ ਇਹ ਦੁਨੀਆ ਦੇ ਲੋਕੋ ਜੋ ਆਪਣੇ ਆਪ ਨਹੀਂ ਲੱਭਦਾ ਪਰਮਾਤਮਾ, ਉਹ ਵੀ ਲੱਭ ਪੈਂਦਾ ਹੈ, ਉਹਦੀ ਵੀ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਣ ਦੇ ਨਾਲ ਜਿਹੜਾ ਗਉ ਹੈ, ਗੇੜਾ ਹੈ, 84 ਲੱਖ ਜੂਨ ਦੀ ਭਟਕਣਾ, ਇਹ ਵੀ ਚੁੱਕੇ ਹੈ, ਇਹ ਵੀ ਚੁੱਕੀ ਜਾਂਦੀ ਹੈ, ਮੁੱਕ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਇਹ 84 ਦਾ ਗੇੜਾ ਕੱਟਿਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਇੱਕ ਵਾਰੀ ਭਾਵਨਾ ਸਹਿਤ ਤੁਹਾਡੇ ਚਰਨਾਂ ਨੂੰ ਪਰਸ ਲੈਂਦਾ ਹੈ। ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗਉ ਚੁੱਕੇ। ਇੱਕ ਬਿਨ ਦੁੱਗਣ ਜੋ ਤੌਰ ਹੈ ਜਾਂ ਸੁਮੰਤਰ ਮਾਨਵਹਿ ਲਹਿ। ਇੱਕ ਪਰਮਾਤਮਾ ਹੈ ਤੇ ਦੁੱਗਣ ਕਈ ਜਿਹੜੀ ਦਵੈਤ ਹੈ, ਦੁਬਦਾ ਹੈ। ਇੱਕ ਪਰਮੇਸ਼ਰ ਦੀ ਪ੍ਰਾਪਤੀ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਚਰਨ ਪਰਸਣ ਦੇ ਨਾਲ ਤੁਹਾਡੇ ਪ੍ਰੇਮੀ ਸ਼ਰਧਾਲੂ ਸਿੱਖ ਨੂੰ
ਇੱਕ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹਦੇ ਮਨ ਵਿੱਚੋਂ ਦੁੱਗਣ ਜਿਹੜੀ ਦੁਬਦਾ ਹੈ ਉਹ ਰਹਿ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਇੱਕ ਬਿਨ ਦੁੱਗਣ ਜੋ ਤਉ ਰਹਿ ਜਾਂ ਸੁਮੰਤਰ ਮਾਨਵਹਿ ਲਹਿ। ਅਗਰ ਇਹ ਮਾਨਵ ਹੈ, ਇਹ ਮਨੁੱਖ, ਇਹ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡਾ ਸ੍ਰੇਸ਼ਟ ਮੰਤਰ, ਤੁਹਾਡਾ ਉਪਦੇਸ਼ ਪ੍ਰਾਪਤ ਕਰ ਲੈਣ ਕਿ ਦੁਨੀਆ ਦੇ ਤਮਾਮ ਮਨੁੱਖ ਤਾਂ ਸਤਿਗੁਰੂ ਇੱਕ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਤੇ ਸਾਰੀ ਸ੍ਰਿਸ਼ਟੀ ਦੇ ਲੋਕਾਂ ਦੇ ਮਨਾਂ ਵਿੱਚੋਂ ਜਿਹੜੀ ਦੁਚਿੱਤੀ ਹੈ, ਦੁਬਦਾ ਹੈ, ਦਵੈਤ ਹੈ, ਇਹ ਨਾਸ਼ ਹੋ ਜਾਏਗੀ। ਐਡੀ ਸਮਰੱਥਾ ਹੈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ, ਤੁਹਾਡੇ ਦਰਸ਼ਨਾਂ ਵਿੱਚ। ਇੱਕ ਬਿਨ ਦੁਗਣ ਜੋ ਤਉ ਰਹਿ ਜਾਂ ਸੁਮੰਤਰ ਮਾਨਵਹਿ ਲਹਿ। ਜਾਲਪਾ ਨਾਮੇ ਭੱਟ ਕਹਿੰਦੇ ਨੇ, ਜਾਲਪਾ ਪਦਾਰਥ ਇਤੜੇ। ਇਹ ਜਾਲਪ ਭੱਟ ਮੈਂ ਕਹਿੰਦਾ ਹਾਂ, ਇਤਨੇ ਪਦਾਰਥ ਮਿਲਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨ ਦੇ ਨਾਲ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲ ਹੈ। ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੀ ਸੰਗਤ ਵਿੱਚ ਮਿਲਣ ਨਾਲ ਤੇ ਤੁਹਾਡੇ ਦਰਸ਼ਨ ਕਰਨ ਦੇ ਨਾਲ ਇੰਨੇ ਪਦਾਰਥ ਤੁਹਾਡੇ ਉਸ ਸਿੱਖ ਸੇਵਕ ਨੂੰ ਪ੍ਰਾਪਤ ਹੋ ਜਾਂਦੇ ਨੇ। ਸੇਵਾ, ਸਿਮਰਨ, ਖਿਮਾ, ਸ਼ਾਂਤੀ ਦੇ ਪੁੰਜ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 6 ਮਹੀਨੇ ਬਾਅਦ ਆਪ ਜੀ ਹਰਿਦੁਆਰ ਜਾਂਦੇ, ਗੰਗਾ ਇਸ਼ਨਾਨ ਕਰਦੇ, ਤੀਰਥ ਯਾਤਰਾ ਕਰਦੇ, ਸਿਲਸਿਲਾ ਜਾਰੀ ਰਿਹਾ। ਜਦੋਂ ਆਪ ਜੀ 19-20 ਵਾਰ ਗਏ ਤੇ ਕੁਝ ਇਤਿਹਾਸਕਾਰਾਂ ਨੇ 21ਵੀਂ ਵਾਰ ਦਾ ਵੀ ਜ਼ਿਕਰ ਕੀਤਾ ਹੈ। 21 ਵਾਰੀ 19ਵੀਂ ਵਾਰ ਜਦੋਂ ਆਪ ਗਏ ਤਾਂ ਰਸਤੇ ਵਿੱਚ ਇੱਕ ਬ੍ਰਹਮਚਾਰੀ ਆਪ ਜੀ ਨੂੰ ਮਿਲਿਆ। ਉਸ ਤੋਂ ਪਹਿਲਾਂ ਇੱਕ ਮੇੜਾ ਗ੍ਰਾਮ, ਉੱਥੇ ਇੱਕ ਪੰਡਤ ਜੀ ਨੇ ਸਮੁੰਦਰਿਕ ਵਿਦਿਆ ਦੇ ਮਾਹਰ ਤੇ ਜਾਣੋ ਬਈ ਸਰੀਰ ਦੇ ਆਕਾਰ ਵੇਖ ਕੇ ਬੰਦੇ ਦਾ ਸਾਰਾ ਹਾਲ ਜਾਣ ਲੈਣਾ ਇੱਕ ਤਾਲੀਮ ਹੈ, ਇੱਕ ਵਿਦਿਆ ਹੈ। ਇਹ ਮੰਤਰ ਨਹੀਂ, ਇਹਨੂੰ ਕਹਿੰਦੇ ਨੇ ਜੋਤਿਸ਼ ਵਿੱਚ ਇੱਕ ਜੋਤਿਸ਼ ਹੈ ਜਿਹਨੂੰ ਕਹਿੰਦੇ ਨੇ ਸਮੁੰਦਰਿਕ ਵਿਦਿਆ। ਸਾਡਾ ਮਸਤਕ, ਸਾਡੇ ਹੱਥ, ਹੱਥਾਂ ਦੀਆਂ ਉਂਗਲਾਂ, ਸਾਡੀ ਟੋਰ, ਸਾਡੇ ਨੈਣ ਨਕਸ਼, ਸਾਡਾ ਅੰਦਰ ਦਾ ਹਾਲ ਬਿਆਨ ਕਰਦੇ ਨੇ ਉਸ ਵਿਦਿਆ ਦੇ ਦੁਆਰਾ। ਉਹ ਪੰਡਤ ਦੁਰਗਾਦਾਸ ਜੀ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਪਦਮ ਰੇਖਾ ਵੇਖੀ ਤਾਂ ਬੜਾ ਹੈਰਾਨ ਹੋਇਆ ਬਈ ਇਹਨਾਂ ਦੀ ਜਿਹੜੀ ਹਾਲਤ ਹੈ ਇਸ ਵਕਤ ਇਹੋ ਜਿਹੀ ਹੈ, ਪਰ ਜਿਸ ਦੇ ਚਰਨਾਂ ਵਿੱਚ, ਪੈਰਾਂ ਵਿੱਚ ਪਦਮ ਰੇਖਾ ਹੋਵੇ ਉਹਦੇ ਸਿਰ ਤੇ ਛਤਰ ਝੁੱਲਦਾ ਹੈ, ਉਹ ਤੇ ਬਾਦਸ਼ਾਹ ਹੁੰਦਾ ਹੈ। ਸਾਹਿਬ ਜੀ ਨੂੰ ਅਰਜ਼ ਕਰਨ ਲੱਗਾ
ਪੰਡਤ ਦੁਰਗਾ ਦਾਸ ਕਹਿੰਦਾ ਆਪ ਜੀ ਦਾ ਨਾਮ ਸਤਿਗੁਰੂ ਕਹਿੰਦੇ ਅਮਰਦਾਸ। ਆਖਿਆ ਅਮਰਦਾਸ ਜੀ ਤੁਹਾਡੇ ਸੀਸ ਤੇ ਛਤਰ ਝੁੱਲਣਾ ਚਾਹੀਦਾ ਸੀ। ਮਹਾਰਾਜ ਕਹਿੰਦੇ ਉਹ ਕਿਵੇਂ? ਆਖਿਆ ਜੀ ਤੁਹਾਡੇ ਚਰਨਾਂ ਵਿੱਚ ਪਦਮ ਰੇਖਾ ਹੈ ਤੇ ਮੈਨੂੰ ਇਹਦੀ ਸਮਝ ਹੈ, ਮੈਂ ਇਹ ਵਿਦਿਆ ਪੜ੍ਹੀ ਹੋਈ ਹੈ ਸਮੁੰਦਰੀ, ਤੇ ਜਿਹਦੇ ਪੈਰਾਂ ਵਿੱਚ ਪਦਮ ਰੇਖਾ ਹੋਵੇ ਚਰਨਾਂ ਵਿੱਚ, ਉਹਦੇ ਸਿਰ ਤੇ ਛਤਰ ਝੁੱਲਦੇ ਹੁੰਦੇ ਨੇ, ਉਹਦੇ ਰਾਜੇ ਮਹਾਰਾਜੇ ਹੁੰਦੇ ਨੇ। ਤੇ ਤੁਹਾਡੀ ਦਸ਼ਾ ਇਹ ਸਾਰਾ ਕੁਝ ਨਹੀਂ ਬਿਆਨ ਕਰਦੀ। ਸਤਿਗੁਰੂ ਮੁਸਕਰਾਏ। ਮਹਾਰਾਜ ਕਹਿੰਦੇ ਅੱਛਾ ਪੰਡਤ ਜੀ। ਉਹ ਕਹਿਣ ਲੱਗਾ ਮਹਾਰਾਜ ਇਹ ਬਿਲਕੁਲ ਮੈਂ ਸੱਚ ਕਹਿੰਦਾ ਹਾਂ, ਇਹ ਨਿਸ਼ਾਨੀ ਹੁੰਦੀ ਹੈ। ਸਤਿਗੁਰੂ ਕਹਿੰਦੇ ਲਓ ਪੰਡਤ ਜੀ ਤੁਹਾਡੇ ਕੋਲ ਰਾਤ ਕੱਟੀ, ਆਰਾਮ ਕੀਤਾ, ਤੁਹਾਡੀ ਸਰਾਂ ਵਿੱਚ ਆ ਕੁਝ ਦਮੜੇ ਲੈ ਲਓ ਸੇਵਾ ਵਿੱਚ। ਪੰਡਤ ਦੁਰਗਾ ਦਾਸ ਜੀ ਕਹਿੰਦੇ ਨਹੀਂ ਜੀ ਇਹ ਨਹੀਂ ਮੈਂ ਅਜੇ ਲੈਣੇ। ਜਦੋਂ ਤੁਸੀਂ ਤਖਤ ਤੇ ਬੈਠੋਗੇ ਤੇ ਬੈਠਣਾ ਜ਼ਰੂਰ ਹੈ ਤੁਸੀਂ ਸਿੰਘਾਸਣ ਦੇ ਉੱਪਰ, ਤੁਹਾਡੇ ਸੀਸ ਤੇ ਛਤਰ ਝੁੱਲੇਗਾ ਜਦੋਂ, ਤੇ ਮੈਂ ਤੁਹਾਡੇ ਦਰਬਾਰ ਵਿੱਚ ਆਵਾਂ ਤੇ ਮੇਰਾ ਵਾਅਦਾ ਕਰਕੇ ਜਾਓ ਜੋ ਮੈਂ ਮੰਗਾਂਗਾ ਮੈਨੂੰ ਦਵੋਗੇ। ਸਤਿਗੁਰੂ ਮੁਸਕਰਾਏ। ਕਹਿਣ ਲੱਗੇ ਚੰਗਾ ਪੰਡਤ ਦੁਰਗਾ ਦਾਸ ਵਾਅਦਾ ਰਿਹਾ, ਜਦੋਂ ਆਓਗੇ ਤੇ ਜੋ ਕੁਝ ਮੰਗੋਗੇ ਤੁਹਾਡੀ ਝੋਲੀ ਵਿੱਚ ਪਾਵਾਂਗੇ। ਇੱਥੋਂ ਸਤਿਗੁਰੂ ਜੀ ਨੂੰ ਇੱਕ ਬ੍ਰਹਮਚਾਰੀ ਮਿਲਦਾ ਹੈ, ਉਹਦੀ ਸੰਗਤ ਕਰਦੇ ਕਰਦੇ ਉਹਨੂੰ ਕਹਿੰਦੇ ਚੱਲ ਮਿੱਤਰਾ ਪਿੰਡ ਚੱਲ, ਫੇਰ ਤੂੰ ਜਿੱਥੇ ਜਾਣਾ ਚਲਿਆ ਜਾਈ, ਰਾਤ ਕੱਟੀ ਮੇਰੇ ਪਾਸ। ਸਾਹਿਬ ਜੀ ਉਹਨੂੰ ਬਾਸਰ ਕੇ ਗ੍ਰਾਮ ਲਿਆਏ, ਪ੍ਰਸ਼ਾਦਾ ਪਾਣੀ ਛਕਾਇਆ। ਰਾਤ ਨੂੰ ਵਿਚਾਰਾਂ ਹੋਈਆਂ। ਅਚਾਨਕ ਉਸ ਬ੍ਰਹਮਚਾਰੀ ਨੇ ਪੁੱਛਿਆ, ਕਹਿੰਦਾ ਅਮਰਦਾਸ ਜੀ ਸਫ਼ਰ ਹਰਿਦੁਆਰ ਤੋਂ ਤੁਹਾਡੇ ਪਿੰਡ ਬਾਸਰ ਕੇ ਤੱਕ ਦਾ ਹੋ ਗਿਆ। ਗੱਲਾਂ ਵੀ ਬਹੁਤ ਕੀਤੀਆਂ ਆਪਾਂ, ਪਰ ਇੱਕ ਗੱਲ ਤੇ ਆਪਾਂ ਕਰਨੀ ਰਹਿ ਗਈ ਆਪਣੇ ਤੋਂ। ਸਤਿਗੁਰੂ ਕਹਿੰਦੇ ਕਿਹੜੀ? ਆਖਿਆ ਜੀ ਮੈਂ ਇਹ ਤੇ ਪੁੱਛਿਆ ਹੀ ਨਹੀਂ ਵੀ ਤੁਸੀਂ ਗੁਰਦੀਖਿਆ ਕਿਸ ਤੋਂ ਲਈ ਹੈ, ਤੁਹਾਡੇ ਗੁਰੂ ਕੌਣ ਨੇ? ਤੇ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਤੇ ਅਜੇ ਤੱਕ ਮੈਂ ਕੋਈ ਬਣਾਇਆ ਹੀ ਨਹੀਂ, ਧਾਰਨ ਨਹੀਂ ਕੀਤਾ। ਉਹ ਬ੍ਰਹਮਚਾਰੀ ਤਰਬਕ ਕੇ ਉੱਠਿਆ, ਕਹਿਣ ਲੱਗਿਆ ਮੇਰਾ ਤੇ ਜਨਮ ਭ੍ਰਿਸ਼ਟ ਹੋ ਗਿਆ, ਮੈਂ ਨਿਗੁਰੇ ਦਾ ਸੰਗ ਕਰ ਲਿਆ, ਤੇ ਆਉ ਗਿਆ ਰਾਤੋਂ ਰਾਤ ਉੱਥੋਂ ਤੁਰਿਆ। ਉਹ ਤੇ ਸੱਟ ਮਾਰ ਕੇ ਤੁਰ ਗਿਆ ਠੋਕਰ। ਕਈ ਦਫਾ ਜਿਹੜਾ ਧੱਕਾ ਹੈ ਬੜਾ ਕੰਮ ਕਰਦਾ ਹੁੰਦਾ, ਕਈ ਦਫਾ ਜਿਹੜੀ ਚੋਟ ਹੈ ਇਹ ਜੀਵਨ ਬਦਲਦੀ ਹੁੰਦੀ ਹੈ, ਤੇ ਕਈ ਦਫਾ ਇਹੀ ਧੱਕਾ ਮੌਤ ਦਾ ਵੀ ਕਾਰਨ ਬਣਦਾ ਹੁੰਦਾ। ਦੋਵੇਂ ਪੱਖ ਨੇ ਧੱਕੇ ਦੇ। ਮਤਰੇਈ ਨੂੰ ਧੱਕਾਈ ਤੇ ਮਾਰਿਆ ਸੀ ਧਰੂ ਭਗਤ ਜੀ ਨੂੰ, ਤੇ ਜੇ ਮਤਰੇਈ ਧੱਕਾ ਨਾ ਮਾਰਦੀ ਤੇ ਭਗਤ ਧਰੂ ਜੀ ਦੀ ਅੱਜ ਜੈ ਜੈਕਾਰ ਨਾ ਹੁੰਦੀ। ਉਸੇ ਧੱਕੇ ਨੇ ਧਰੂ ਨੂੰ ਭਗਤ ਬਣਾ ਦਿੱਤਾ, ਭਗਤੀ ਮਾਰਗ ਤੇ ਤੋਰ ਦਿੱਤਾ। ਉਹ ਧੱਕਾ ਵੀ ਇੱਕ ਰਹਿਮਤ ਹੁੰਦੀ ਹੈ। ਅਕਾਲ ਪੁਰਖ ਸਾਹਿਬ ਦੀ ਜੇਕਰ ਸਮਝ ਆ ਜਾਵੇ ਤਾਂ ਧੱਕੇ ਤੇ ਬਹੁਤ ਪੈਂਦੇ ਨੇ ਜ਼ਿੰਦਗੀ ਵਿੱਚ। ਆਪਣਿਆਂ ਵੱਲੋਂ ਧੱਕੇ, ਬਗਾਨਿਆਂ ਵੱਲੋਂ ਧੱਕੇ, ਹਰ ਕਦਮ ਤੇ ਧੱਕਾ ਹੈ। ਇਹ ਕਲਯੁਗ ਹੈ, ਇੱਥੇ ਕਦਮ ਕਦਮ ਤੇ ਧੱਕੇ ਪੈਂਦੇ ਨੇ। ਪਰ ਜਿਹੜਾ ਇਹਨਾਂ ਨੂੰ ਸਹਿ ਗਿਆ ਉਹ ਕੁਝ ਬਣ ਗਿਆ, ਜਿਹੜਾ ਇਹਨਾਂ ਤੋਂ ਹਾਰ ਗਿਆ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਧੱਕਾ ਮਾਰ ਕੇ ਗਿਆ ਬ੍ਰਹਮਚਾਰੀ, ਕਹਿਣ ਲੱਗਿਆ ਮੇਰਾ ਤੇ ਜਨਮ ਭ੍ਰਿਸ਼ਟ। ਪਰ ਉਹ ਚਲਿਆ ਗਿਆ, ਸਾਹਿਬ ਦੇ ਅੰਦਰ ਚਿਣਕ ਲੱਗੀ ਬਈ ਐਡੀ ਉਮਰ ਬੀਤ ਗਈ, ਗੱਲ ਤੇ ਉਹਦੀ ਸੱਚੀ ਹੈ, ਅਜੇ ਤੱਕ ਮੈਂ ਨਿਗੁਰਾ ਹਾਂ, ਮੈਂ ਗੁਰੂ ਧਾਰਨ ਨਹੀਂ ਕੀਤਾ। ਸਾਰੀ ਰਾਤ
ਇਤਿਹਾਸ ਗਵਾਹ ਗੁਰੂ ਅਮਰਦਾਸ ਸਾਹਿਬ ਜੀ ਫਿਰ ਆਰਾਮ ਨਾ ਕਰ ਸਕੇ। ਅੰਮ੍ਰਿਤ ਵੇਲਾ ਹੋਇਆ, ਆਪ ਜੀ ਦੇ ਭਤੀਜੇ ਦੇ ਨਾਲ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ। ਤੇ ਬੀਬੀ ਅਮਰੋ ਜੀ ਦਾ ਇਹ ਨਿਯਮ ਸੀ, ਨੇਮ ਸੀ, ਅੰਮ੍ਰਿਤ ਵੇਲੇ ਉੱਠਣਾ, ਮਧਾਣੀ ਚਲਾਉਣੀ, ਨਾਲੇ ਬਾਣੀ ਪੜ੍ਹਨੀ। ਜਦੋਂ ਬੀਬੀ ਅਮਰੋ ਜੀ ਨੇ ਸ਼ਬਦ ਪੜ੍ਹਿਆ, ਕਰਨੀ ਕਾਗਦ ਮਨ ਮਸ ਬਾਣੀ, ਬੁਰਾ ਭਲਾ ਦੋਏ ਲੇਖ ਪਏ, ਤੇ ਸਾਹਿਬ ਜੀ ਨੇ ਉਹ ਬਾਣੀ ਸੁਣੀ ਤੇ ਬਾਣੀ ਸੁਣ ਕੇ ਸਕੂਨ ਪ੍ਰਾਪਤ ਹੋਇਆ। ਤੇ ਮਹਾਰਾਜ ਜੀ ਵੇਂਦੇ ਨੇ ਵੀ ਜਿਹੜੀ ਮੇਰੀ ਭਤੀਜ ਨੂੰਹ ਹੈ ਉਹ ਬਾਣੀ ਪੜ੍ਹ ਰਹੀ ਹੈ। ਥੋੜਾ ਅੱਗੇ ਗਏ ਤੇ ਬੀਬੀ ਅਮਰੋ ਜੀ ਦੀ ਦ੍ਰਿਸ਼ਟੀ ਪਈ ਤੇ ਇੱਕਦਮ ਰੁਕ ਗਏ। ਸਾਹਿਬ ਕਹਿੰਦੇ, ਧੀਏ ਕੀ ਪੜ੍ਹ ਰਹੀ ਸੈਂ? ਆਖਿਆ, ਜੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਤੇ ਮੇਰੇ ਪਿਤਾ ਸਤਿਗੁਰੂ ਉਹਨਾਂ ਦੇ ਤਖਤ ਤੇ ਸੁਭਾਏਮਾਨ ਨੇ। ਸਾਹਿਬ ਕਹਿਣ ਲੱਗੇ, ਧੀਏ ਫਿਰ ਬਾਣੀ ਪੜ੍ਹਨ ਵਿੱਚ ਕੈਸੀ ਸ਼ਰਮ, ਤੂੰ ਰੁਕ ਕਿਉਂ ਗਈ? ਆਖਿਆ, ਜੀ ਤੁਹਾਨੂੰ ਵੇਖ ਕੇ। ਸਾਹਿਬ ਕਹਿੰਦੇ, ਧੀਏ ਬਾਣੀ ਸੁਣਾ, ਮੈਨੂੰ ਤੇ ਸਕੂਨ ਪ੍ਰਾਪਤ ਹੋ ਰਿਹਾ ਹੈ। ਤੇ ਬੀਬੀ ਅਮਰੋ ਜੀ ਨੇ ਸ਼ਬਦ ਪੂਰਾ ਕੀਤਾ। ਸਾਹਿਬ ਕਹਿੰਦੇ, ਧੀਏ ਮੈਨੂੰ ਲੈ ਚੱਲ ਆਪਣੇ ਪਿਤਾ ਸਤਿਗੁਰੂ ਕੋਲ। ਆਖਿਆ, ਜੀ ਤੁਸੀਂ ਤੇ ਮਿਲ ਚੁੱਕੇ ਹੋ। ਜਦੋਂ ਮੈਨੂੰ ਵਿਆਹਣ ਗਏ ਸੋ ਸਾਰਾ ਪਰਿਵਾਰ, ਉਦੋਂ ਤੇ ਮਿਲਣੀਆਂ ਹੋਈਆਂ। ਸਾਹਿਬ ਕਹਿੰਦੇ, ਹੁਣ ਰਿਸ਼ਤੇਦਾਰੀ ਇੱਕ ਪਾਸੇ ਰੱਖ ਕੇ ਹੁਣ ਮੈਂ ਇੱਕ ਆਜ਼ਿਜ਼ ਬਣ ਕੇ ਇੱਕ ਸੇਵਕ ਦੀ ਭਾਵਨਾ ਦੇ ਵਿੱਚ ਤੇਰੇ ਪਿਤਾ ਸਤਿਗੁਰੂ ਨੂੰ ਮਿਲਣਾ ਚਾਹੁੰਦਾ। ਤੇ ਬੀਬੀ ਅਮਰੋ ਜੀ ਕਹਿਣ ਲੱਗੇ, ਮੇਰੇ ਪਿਤਾ ਸਮਾਨ ਸਾਹਿਬ ਜੀ, ਸਾਡੇ ਘਰ ਦੀ ਇੱਕ ਪਰੰਪਰਾ ਹੈ, ਜਦੋਂ ਮੈਨੂੰ ਪਿਤਾ ਨੇ ਵਿਆਹ ਕੇ ਤੋਰਿਆ ਤਾਂ ਮੇਰੇ ਪਿਤਾ ਨੇ ਕਿਹਾ ਸੀ, ਧੀਏ ਹੁਣ ਤੇਰਾ ਘਰ ਸਹੁਰਾ ਘਰ ਹੈ, ਪੇਕੇ ਘਰ ਦਾ ਲਗਾਵ ਛੱਡਣਾ ਤੇ ਜਦੋਂ ਤੱਕ ਅਸੀਂ ਨਹੀਂ ਕਹਿੰਦੇ ਉਦੋਂ ਤੂੰ ਫਿਰ ਪੇਕੇ ਨਹੀਂ ਆਉਣਾ। ਤੇ ਮੈਂ ਵਚਨ ਦਿੱਤਾ ਹੋਇਆ ਆਪਣੇ ਪਿਤਾ ਜੀ ਨੂੰ, ਤੇ ਜੇ ਮੈਂ ਬਿਨਾਂ ਉਹਨਾਂ ਦੀ ਆਗਿਆ ਤੋਂ ਜਾਵਾਂਗੀ ਤੇ ਮੇਰੇ ਪਿਤਾ ਗੁਰੂ ਨਾਰਾਜ਼ ਹੋਣਗੇ। ਸਾਹਿਬ ਕਹਿੰਦੇ, ਧੀਏ ਇਹ ਮੈਂ ਆਪਣੇ ਜ਼ਿੰਮੇ ਲਵਾਂਗਾ ਸਾਰੀ ਬਾਤ, ਤੂੰ ਮੈਨੂੰ ਲੈ ਚੱਲ। ਬੀਬੀ ਅਮਰੋ ਜੀ ਗਏ, ਆਪ ਜੀ ਨੂੰ ਖਡੂਰ ਸਾਹਿਬ ਨਗਰ ਤੋਂ ਥੋੜਾ ਬਾਹਰ ਬਿਠਾਇਆ। ਤੇ ਜਦੋਂ ਗਏ ਤੇ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਧੀਏ ਅਮਰੋ ਬੱਚੀਏ ਤੈਨੂੰ ਕਿਹਨੇ ਸੱਦਿਆ? ਆਖਿਆ, ਪਿਤਾ ਸਤਿਗੁਰੂ ਅੰਤਰਜਾਮੀ, ਮੈਂ ਕੀ ਦੱਸਾਂ। ਸਾਹਿਬ ਮੁਸਕਰਾਏ, ਕਹਿਣ ਲੱਗੇ, ਧੀਏ ਫਿਰ ਜਿਨ੍ਹਾਂ ਦੀ ਖਾਤਰ ਆਈ ਜੇ ਉਹਨਾਂ ਨੂੰ ਬਾਹਰ ਕਿਉਂ ਬਿਠਾ ਕੇ ਆਈਏ? ਲੈ ਕੇ ਆ। ਗੁਰੂ ਅਮਰਦਾਸ ਸਾਹਿਬ ਜੀ ਆਏ, ਗੁਰੂ ਅੰਗਦ ਦੇਵ ਸਾਹਿਬ ਗਲਵਕੜੀ ਪਾਉਣ ਲੱਗੇ। ਸਾਹਿਬ ਕਹਿੰਦੇ, ਨਾ ਸਤਿਗੁਰੂ ਅੱਜ ਮੈਂ ਤੁਹਾਡੇ ਚਰਨ ਪਕੜਨੇ ਚਾਹੁੰਦਾ, ਅੱਜ ਮੈਂ ਕੁੜਮਾਚਾਰੀ ਨਹੀਂ ਆਇਆ ਤੁਹਾਨੂੰ ਮਿਲਣ, ਅੱਜ ਤੇ ਇੱਕ ਜਗਿਆਸੂ ਦੀ ਭਾਵਨਾ ਦੇ ਨਾਲ ਆਇਆ ਤੇ ਮੇਰੇ ਅੰਦਰ ਦੀ ਵੇਦਨਾ ਨੂੰ ਤੁਸੀਂ ਸਮਝਦੇ ਹੋ। ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਲਓ, ਮੈਨੂੰ ਵੀ ਸਿੱਖੀ ਦਾਨ ਬਖਸ਼ੋ। ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ ਤੇ ਤੁਹਾਨੂੰ ਆਪਣਾ ਸਤਿਗੁਰੂ ਬਣਾਉਣਾ ਚਾਹੁੰਦਾ। ਸਾਹਿਬ ਕਹਿੰਦੇ, ਅਮਰਦਾਸ ਜੀ ਕੋਈ ਗੱਲ ਨਹੀਂ, ਰੁਕੋ, ਤੁਸੀਂ ਟਿਕੋ, ਮਨ ਬਣਾਓ। ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਟਿਕੇ, ਵੇਂਦੇ ਨੇ ਵੀ ਸਿੱਖ ਸੇਵਾ ਕਰਦੇ ਨੇ, ਕੋਈ ਝੂਠੇ ਭਾਂਡੇ ਮਾਂਜਦਾ, ਕੋਈ ਝਾੜੂ ਦੇ ਰਿਹਾ ਹੈ, ਕੋਈ ਪੋਚੇ ਲਾ ਰਿਹਾ ਹੈ।
ਕੋਈ ਲੱਕੜਾਂ ਢੋ ਕੇ ਲਿਆ ਰਿਹਾ ਗੁਰੂ ਕੇ ਲੰਗਰਾਂ ਦੇ ਵਿੱਚ, ਤੇ ਸਾਹਿਬ ਨੂੰ ਅਰਜ਼ ਕੀਤੀ, ਮਹਾਰਾਜ ਇਸ ਸੇਵਾ ਦੀ ਖੈਰ ਮੇਰੀ ਝੋਲੀ ਵਿੱਚ ਵੀ ਪਾਓ। ਸਾਹਿਬ ਕਹਿੰਦੇ ਤੁਹਾਡੀ ਮਰਜ਼ੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਸੰਗਤਾਂ ਦੇ ਝੂਠੇ ਭਾਂਡੇ ਮਾਂਜਣ ਲੱਗੇ, ਲੰਗਰ ਦੀ ਸੇਵਾ ਆਪ ਜੀ ਨਿਭਾਉਣ ਲੱਗੇ। ਤਾਂ ਜਿਹੜੀ ਖੁੰਡ ਚਰਚਾ ਹੁੰਦੀ ਹੈ ਨਾ, ਆ ਜਿਹੜੇ ਖੁੰਡ ਚਰਚਾ ਬੈਠੇ ਹੁੰਦੇ ਨੇ ਬਰੋਟਿਆਂ ਥੱਲੇ ਨਗਰਾਂ ਦੇ ਵਿੱਚ ਬਹੁਤ ਹੀ ਥਾਵਾਂ ਤੇ, ਪਤਾ ਕੀ ਕਹਿੰਦੇ? ਕਹਿੰਦੇ ਬੁੱਢੇ ਵਾਰੀ ਸੇਵਾ ਲੱਗਿਆ ਕਰ, ਕਹਿੰਦੇ ਘਰੋਂ ਕੱਢ ਦਿੱਤਾ ਹੋਣਾ। ਇਹ ਕੁਝ ਕਿਹਾ ਸੀ ਗੁਰੂ ਅਮਰਦਾਸ ਸਾਹਿਬ ਜੀ ਨੇ ਕਿ ਕੁਝ ਬੋਲੇ, ਕਹਿੰਦੇ ਘਰੇ ਰੋਟੀ ਨਹੀਂ ਮਿਲਦੀ ਹੋਣੀ ਤਾਂ ਹੀ ਕੁੜਮਾਂ ਦੇ ਦਰ ਤੇ ਆ ਕੇ ਬਹਿ ਗਿਆ। ਐਸ ਉਮਰੇ ਸੇਵਾ ਹੁੰਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਇਸ ਕੰਨੋਂ ਸੁਣਦੇ ਤੇ ਉਸ ਕੰਨੋਂ ਕੱਢ ਦਿੰਦੇ, ਕਿਉਂਕਿ ਇਹ ਮਾਰਗ ਹੀ ਐਸਾ ਹੈ। ਸਾਹਿਬ ਨੇ ਬਹੁਤ ਕੁਝ ਸੁਣਿਆ, ਫਿਰ ਆਪਣੇ ਸਤਿਗੁਰੂ ਜੀ ਦੇ ਲਈ ਬਿਆਸਾ ਦਰਿਆ ਤੋਂ ਗਾਗਰ ਚੁੱਕਣੀ ਅੱਧੀ ਰਾਤ ਨੂੰ, ਤੇ 2 ਕੋਹ ਤੱਕ ਪਿਛਲ ਪੈਰੀ ਤੁਰਨਾ ਆਪ ਜੀ ਨੇ ਕਿ ਮੇਰੇ ਸਤਿਗੁਰੂ ਵੱਲ ਮੇਰੀ ਪਿੱਠ ਨਾ ਹੋ ਜਾਵੇ। 2 ਕੋਹ ਤੇ ਜਾ ਕੇ ਮੱਥਾ ਟੇਕਣਾ ਖਡੂਰ ਸਾਹਿਬ ਵੱਲ ਹੱਥ ਕਰਕੇ, ਉਥੋਂ ਫਿਰ ਮੁਖ ਕਰਨਾ ਬਿਆਸਾ ਦਰਿਆ ਵੱਲ, ਜਿੱਥੇ ਗੋਇੰਦਵਾਲ ਸਾਹਿਬ ਬਸਿਆ ਹੁਣ, ਉਥੋਂ ਗਾਗਰ ਲਿਆਉਣੀ ਤੇ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ। 12 ਸਾਲ ਮੀਂਹ ਹਨੇਰੀ ਝੱਖੜ ਤੂਫਾਨ ਸਭ ਕੁਝ ਸਹਿਆ ਗੁਰੂ ਅਮਰਦਾਸ ਸਾਹਿਬ ਜੀ ਨੇ, ਤੇ 12 ਵਰ੍ਹਿਆਂ ਵਿੱਚ ਇੱਕ ਦਿਨ ਨਾਗਾ ਨਹੀਂ, ਗੁਰੂ ਦੀ ਸੇਵਾ ਦੇ ਵਿੱਚ ਇੱਕ ਦਿਨ ਵੀ ਨਾਗਾ ਨਹੀਂ ਪਾਇਆ, ਤੇ ਤੋੜ ਨੇਮ ਨੇ ਪਾਇਆ। ਫਿਰ ਉਹ ਸਮਾਂ ਆ ਗਿਆ ਜੁਲਾਹਿਆਂ ਦਾ ਮਹੱਲਾ, ਕਿੱਲੀ ਦੇ ਨਾਲ ਸਾਹਿਬ ਦਾ ਚਰਨ ਅਟਕਿਆ, ਗਾਗਰ ਸੀਸ ਦੇ ਉੱਪਰ ਡਿਗੇ ਪਰ ਗਾਗਰ ਡਿਗਣ ਨਹੀਂ ਦਿੱਤੀ, ਖੜਾਕ ਹੋਇਆ। ਉਹ ਕਹਿੰਦੀ ਏ, ਪੁੱਛਦੀ ਏ ਘਰ ਵਾਲਾ ਉਹਦਾ ਕੌਣ ਹੈ? ਉਹ ਕਹਿੰਦੀ ਪੈ ਜਾ ਪਤੀ ਦੇਵ, ਅੱਧੀ ਰਾਤ ਕੌਣ ਹੋਣਾ ਹੈ? ਆਮਰੂ ਨਿਥਾਵਾਂ ਹੈ ਤਾਂ ਗਾਗਰ ਚੁੱਕੀ ਫਿਰਦੇ ਅੱਧੀ ਰਾਤ ਨੂੰ, ਉਹੀ ਹੋਣਾ, ਡਿੱਗਿਆ ਹੋਣਾ। ਤੇ ਸਾਹਿਬ ਜੀ ਉੱਚੀ ਆਵਾਜ਼ ਵਿੱਚ ਬੋਲੇ, ਕਹਿੰਦੇ ਚੱਲੀਏ, ਮੈਂ ਨਿਥਾਵਾ ਥੋੜੀ ਆ, ਮੈਨੂੰ ਤੇ ਥਾਂ ਮਿਲ ਗਈ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ, ਤੇ ਉਧਰ ਉੱਚੀ ਥਾਂ ਤੇ ਖੜੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ, ਸਭ ਸੁਣ ਰਹੇ ਨੇ। ਕਹਿਣ ਲੱਗੇ ਤੂੰ ਚੱਲੀ ਐ, ਮੈਂ ਨਿਥਾਵਾ ਨਹੀਂ, ਪਹਿਲਾਂ ਸੀ ਮੈਂ ਨਿਥਾਵਾ, ਪਰ ਹੁਣ ਤੇ ਮੈਂ ਖਸਮ ਵਾਲਾ ਹਾਂ, ਹੁਣ ਤੇ ਮੈਨੂੰ ਥਾਂ ਮਿਲ ਗਈ ਮੇਰੇ ਸਾਹਿਬ ਦੇ ਚਰਨਾਂ ਵਿੱਚ, ਮੈਂ ਨਿਥਾਵਾ ਥੋੜੀ ਆ। ਸਾਹਿਬ ਜੀ ਨੇ ਗਾਗਰ ਚੁੱਕੀ ਤੇ ਚਲੇ ਗਏ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਅਮਰਦਾਸ ਜੀ ਅੱਜ ਥੋੜੀ ਦੇਰ ਹੋ ਗਈ, ਕਾਰਨ ਕੀ ਹੋਇਆ? ਆਖਿਆ ਮਹਾਰਾਜ ਕੁਝ ਨਹੀਂ। ਸਤਿਗੁਰੂ ਕਹਿੰਦੇ ਸੱਚ ਦੱਸੋ, ਜੋ ਕੁਝ ਹੋਇਆ ਇਨ ਬਿਨ ਦੱਸੋ। ਆਖਿਆ ਮਹਾਰਾਜ ਉਹ ਜਿਹੜੀ ਬੀਬੀ ਸੀ ਉਹ ਕਹਿਣ ਲੱਗੀ ਵੀ ਅਮਰੂ ਨਿਥਾਵੈ। ਮਹਾਰਾਜ ਕਹਿੰਦੇ ਤੁਸਾਂ ਕੀ ਕਿਹਾ? ਆਖਿਆ ਮਹਾਰਾਜ ਮੈਂ ਨਿਥਾਵਾ ਥੋੜੀ ਆ, ਪਹਿਲਾਂ ਨਿਥਾਵਾ ਸੀ, ਹੁਣ ਤੇ ਮੈਨੂੰ ਥਾਂ ਮਿਲ ਚੁੱਕੀ ਹੈ ਸੱਚੇ ਸਤਿਗੁਰੂ ਦੇ ਘਰ ਵਿੱਚ, ਚਰਨਾਂ ਵਿੱਚ। ਸਾਹਿਬ ਦਾ ਕੰਠ ਭਰ ਆਇਆ, ਨੇਤਰਾਂ ਚੋਂ ਨੀਰ ਬਹਿਆ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਅਮਰਦਾਸ ਜੀ ਇਸ਼ਨਾਨ ਕਰਾਓ, ਸਤ ਬਚਨ। ਸਾਹਿਬ ਕਹਿੰਦੇ ਅਮਰਦਾਸ ਜੀ ਅੱਜ ਤੁਸੀਂ ਵੀ ਇਸ਼ਨਾਨ ਕਰੋ ਇਸੇ ਜਲ ਦੇ ਨਾਲ। ਤੇ ਸਿੱਖਾਂ ਨੂੰ ਹੁਕਮ ਕੀਤਾ ਨਵਾਂ ਪੁਸ਼ਾਕਾ ਦਿਓ। ਅਮਰਦਾਸ ਜੀ ਨੂੰ ਹਰ ਸਾਲ
ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਸਿਰੋਂ ਪਾਉ ਦੀ ਬਖਸ਼ਿਸ਼ ਕਰਦੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ 12 ਵਰ੍ਹਿਆਂ ਵਿੱਚ 12 ਸਿਰੋਪੇ ਦਿੱਤੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਸਰੋਪੇ ਦਾ ਅਦਬ ਸਾਡੇ ਲਈ ਤੇ ਬਸ 2 ਮੀਟਰ ਦਾ ਕੱਪੜਾ ਹੈ, ਪਰ ਸਰੋਪੇ ਦੀ ਮਹੱਤਤਾ ਜਾਣਨੀ ਹੋਵੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਜਾਣੋ। ਉਹ ਸਿਰੋਂ ਪਾਓ ਸਤਿਗੁਰੂ ਨੇ ਕਦੇ ਵੀ ਆਪਣੇ ਤਨ ਤੋਂ ਅੰਗ ਤੋਂ ਵੱਖ ਨਹੀਂ ਕੀਤੇ। ਕਹਿੰਦੇ ਮੇਰੇ ਗੁਰੂ ਦੀ ਬਖਸ਼ਿਸ਼ ਜੇ। ਤੇ ਨਵਾਂ ਪੁਸ਼ਾਕਾ ਪਹਿਨਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਹੋਇਆ, ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਬਾਬਾ ਜੀ 5 ਪੈਸੇ ਨਾਰੀਅਲ ਲਿਆਓ, ਅੱਜ ਤਖਤ ਦਿੰਨੇ ਹਾਂ ਅਮਰਦਾਸ ਜੀ ਨੂੰ। ਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਤਖਤ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਆ, ਮੱਥਾ ਟੇਕਿਆ ਸਾਹਿਬ ਦੇ ਚਰਨਾਂ ਵਿੱਚ ਤੇ ਕਹਿਣ ਲੱਗੇ, ਤੁਮ ਹੋ ਨਿਥਾਵਨ ਕੇ ਥਾਨ, ਨਿਮਾਨਨ ਕੇ ਤੁਮ ਮਾਨ, ਨਿਓਟਿਆਂ ਕੀ ਤੁਮ ਓਟ, ਨਿਗਤਿਆਂ ਕੀ ਤੁਮ ਗਤ, ਨਿਪਤਿਆਂ ਕੀ ਤੁਮ ਪਤ, ਨਿਧਿਰਿਆਂ ਕੀ ਤੁਮ ਧਿਰ, ਨਿਆਸਰਿਆਂ ਕੇ ਤੁਮ ਆਸਰਾ। 12 ਵਰਦਾਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ੇ। ਫਿਰ ਸਾਹਿਬ ਜੀ ਨੇ ਅਮਰਦਾਸ ਤੋਂ ਗੁਰੂ ਅਮਰਦਾਸ ਸਾਹਿਬ ਜੀ ਬਣਾ ਦਿੱਤਾ। ਐਸੇ ਸਮਰੱਥ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 25 ਮਈ ਨੂੰ ਸਮੁੱਚਾ ਪੰਥ ਮਨਾਉਣ ਜਾ ਰਿਹਾ। ਪ੍ਰਥਾਏ ਸਾਹਿਬ ਦੇ ਇਤਿਹਾਸ ਵਿੱਚੋਂ ਯਤਨ ਕਰਾਂਗੇ ਕਿ ਸਾਹਿਬ ਦੀ ਸਿੱਖ ਹੋਵੇ ਹੁਣ ਲੜੀਵਾਰ ਕਥਾ। ਪਾਤਸ਼ਾਹ ਜੀ ਕੀ ਸਮਝਾਉਂਦੇ ਹਨ? ਨਟ ਨਾਰਾਇਣ ਮਹੱਲਾ ਪੰਜਵਾ। ਨਟ ਨਾਰਾਇਣ ਰਾਗ ਦਾ ਨਾਮ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਉਪਦੇਸ਼ ਕਰ ਰਹੇ ਹਨ। 2 ਪਦੇ 2 ਪਦੇ, 1 ਪਦਾ 2 ਪਦੇ ਤੇ ਪਦੇ 4 ਪਦੇ। ਇਹਦੇ ਵਿੱਚ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ। ਇਹ ਸ਼ਬਦ ਦੇ 2 ਪਦਿਆਂ ਵਾਲੀ ਇਹ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਅਕਾਲ ਪੁਰਖ ਵਾਹਿਗੁਰੂ ਸਰਬ ਦਾ ਪ੍ਰਕਾਸ਼ਕ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਰੱਬ ਇੱਕ ਹੈ। ਉਹ ਨਾਸ਼ ਤੋਂ ਰਹਿਤ ਹੈ, ਕਿਰਪਾ ਸਰੂਪ ਹੈ, ਆਨੰਦ ਸਰੂਪ ਹੈ, ਅਦਵੈਤ ਸਰੂਪ ਹੈ। ਉਸ ਇੱਕ ਅਕਾਲ ਪੁਰਖ ਜੀ ਦੀ ਪ੍ਰਾਪਤੀ ਗੁਰੂ ਤੋਂ ਬਿਨਾ ਨਹੀਂ ਹੁੰਦੀ। ਗੁਰੂ ਦੀ ਕਿਰਪਾ ਸਦਕਾ ਹੀ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਏ। ਉਲਾਹਨੋ ਮੈਂ ਕਾਹੂ ਨਾ ਦਿਓ। ਉਲਾਹਨੋ ਸ਼ਿਕਵਾ, ਗਿਲਾ, ਉਲਾਂਬਾ, ਮੇਣਾ, ਤਾਨਾ, ਉਲਾਹਨੋਂ ਦੇ ਅਰਥ ਨੇ। ਸਤਿਗੁਰੂ ਕਹਿੰਦੇ, ਹੇ ਮੇਰੇ ਵਾਹਿਗੁਰੂ, ਮੈਂ ਅੱਜ ਤੱਕ ਕਿਸੇ ਨੂੰ ਉਲਾਂਭਾ ਨਹੀਂ ਦਿੱਤਾ ਵੀ ਤੂੰ ਮੇਰੇ ਨਾਲ ਇਹ ਕੀਤਾ, ਤੂੰ ਮੇਰੇ ਨਾਲ ਇਹ ਕੀਤਾ। ਮੈਂ ਸ਼ਿਕਵਿਆਂ ਨਾਲ ਨਹੀਂ ਭਰਿਆ, ਮੈਂ ਸ਼ੁਕਰਾਨੇ ਨਾਲ ਭਰਿਆ ਹੋਇਆ।
ਸੰਸਾਰ ਸ਼ਿਕਵਿਆਂ ਨਾਲ ਭਰਿਆ ਹੈ, ਪਰ ਹੇ ਮੇਰੇ ਵਾਹਿਗੁਰੂ, ਇਹ ਤੇਰੀ ਰਹਿਮਤ ਹੈ, ਤੇਰੀ ਕਿਰਪਾ ਹੈ ਕਿ ਤੂੰ ਮੈਨੂੰ ਸ਼ਿਕਵੇ ਨਹੀਂ, ਸ਼ੁਕਰਾਨੇ ਦੀ ਦਾਤ ਬਖਸ਼ੀ ਹੈ। ਇਸ ਲਈ ਮੈਂ ਕਿਸੇ ਨੂੰ ਕੋਈ ਉਲਾਂਭਾ ਨਹੀਂ ਦਿੱਤਾ। ਇੱਥੇ ਤੇ ਬਹੁਤ ਉਲਾਂਭੇ ਨੇ, ਛੱਡੋ ਜੀ ਪਰੇ, 40 ਦਿਨ ਝਾੜੂ ਮਾਰ ਕੇ ਵੀ ਵੇਖ ਲਿਆ। ਅਸੀਂ ਤੇ ਜੀ ਸਾਲ ਗੁਰਦੁਆਰੇ ਜਾ ਕੇ ਨੱਕ ਰਗੜਦੇ ਰਹੇ, ਪਰ ਹੋ ਫਿਰ ਕੁੜੀ ਗਈ। ਕਿੱਡਾ ਤਕੜਾ ਉਲਾਂਭਾ ਹੈ ਬਈ, ਕੁੜੀ ਜ਼ਹਿਰ ਹੈ। ਤੂੰ ਵੀ ਤੇ ਕੁੜੀ ਹੈ ਕਿਸੇ ਦੀ, ਜਿਹਨੇ ਕੁੜੀ ਨੂੰ ਜਨਮ ਦਿੱਤਾ ਹੈ। ਐਡੀ ਜ਼ਹਿਰ, ਇਤਨੀ ਨਫ਼ਰਤ ਔਰਤ ਨੂੰ ਔਰਤ ਤੋਂ, ਕਮਾਲ ਹੋ ਗਈ। ਕਿੱਡਾ ਤਕੜਾ ਉਲਾਂਭਾ। ਇੱਥੇ ਤੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਉਲਾਂਭਾ ਨਹੀਂ ਦਿੱਤਾ। ਕੀ ਬਚਨ ਉਚਾਰਨ ਕੀਤਾ? ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਤੇ ਮਾਛੀਵਾੜੇ ਦਾ ਜੰਗਲ, ਢੀਮ ਦਾ ਸਰਾਣਾ, ਉਹੀ ਗੁਰੂ ਦਸਵਾਂ ਜਾਮਾ। ਕਮਾਲ ਹੈ। ਸਰਬੰਸ ਕੁਰਬਾਨ ਕਰ ਦਿੱਤਾ, ਪਰਿਵਾਰ ਦਾ ਵਿਛੋੜਾ ਹੋ ਗਿਆ। ਸਾਹਿਬ ਦੇ ਪਾਸ ਘੋੜਾ ਵੀ ਨਹੀਂ ਤੇ ਚਰਨਾਂ ਵਿੱਚ ਜੋੜਾ ਵੀ ਨਹੀਂ, ਪਰ ਖਿਆਲ ਪਾਤਸ਼ਾਹੀ ਦਸਵੀਂ। ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਨੂੰ। ਫੇਰ ਵੀ ਪਿਆਰਾ ਗਿਆ। ਸਾਡੇ ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ ਕਹਿ ਦੇਣਾ, ਇਹ ਸੰਦੇਸ਼ਾ ਦੇ ਦੇਣਾ ਕਿ ਤੁਧ ਬਿਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਤੇ ਵੇਖੋ ਸ਼ੁਕਰਾਨਾ, ਯਾਰੜੇ ਦਾ ਸਾਨੂੰ 70 ਚੰਗਾ, ਪਾਠ ਖੇੜਿਆਂ ਦਾ ਰਹਿਣਾ, ਤੇ ਢੀਮ ਦਾ ਸਰਾਣਾ, ਇਹ ਯਾਰ ਨੇ ਬਖਸ਼ਿਆ ਹੈ। ਤੇ ਸਾਨੂੰ ਇਹ ਯਾਰੜੇ ਦਾ 70 ਚੰਗਾ ਜੇ। ਕੋਈ ਉਲਾਂਭਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ। ਤੇ ਬਚਨ ਕੀਤਾ, ਮੀਤ ਕਰ, ਮੀਤ ਕਰ ਸੋਈ ਹਮ ਮਨ, ਸੋਈ ਹਮ ਮਨ। ਮੀਤ ਕਰ, ਮੀਤ ਕਰ ਸੋਈ ਹਮ ਮਨ, ਸੋਈ ਹਮ ਮਨ। ਜੋ ਮਿੱਤਰ ਨੇ ਕੀਤਾ, ਜੋ ਮਿੱਤਰ ਕਰ ਰਿਹਾ ਹੈ, ਅਸੀਂ ਉਹਨੂੰ ਸੱਚ ਕਰਕੇ ਮੰਨ ਲਿਆ। ਸਾਹਿਬ ਜੀ ਕਹਿੰਦੇ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ।
ਅਗਰ ਉਹ ਤੱਤੀ ਤਵੀ ਤੇ ਵੀ ਬਿਠਾਉਂਦਾ ਹੈ ਤਾਂ ਮੇਰੇ ਮਿੱਤਰ ਦਾ ਇਹ ਕੰਮ ਹੈ, ਉਹਦੀ ਰਜ਼ਾ ਹੈ। ਮੇਰੇ ਲਈ ਇੱਥੇ ਵੀ ਸੁੱਖ ਹੈ। ਤੱਤੀ ਤਵੀ ਤੇ ਬਹਿ ਕੇ ਵੀ ਸਾਹਿਬ ਕਹਿੰਦੇ ਹੈ ਮੇਰੇ ਵਾਹਿਗੁਰੂ, ਮੈਂ ਉਲਾਮਾ ਨਹੀਂ ਦਿੱਤਾ ਕਿਸੇ ਨੂੰ। ਉਲਾਹਨੋਂ ਮੈਂ ਕਾਹੂ ਨਾ ਦਿਓ। ਮਨ ਮੀਠ ਤੁਹਾਰੋ ਕੀਓ। ਮੈਂ ਆਪਣੇ ਮਨ ਵਿੱਚ ਤੇਰਾ ਕੀਤਾ ਮਿੱਠਾ ਕਰਕੇ ਮੰਨ ਲਿਆ, ਪਰ ਮੈਂ ਸ਼ਿਕਵਾ ਕੋਈ ਨਹੀਂ ਕੀਤਾ, ਨਾ ਤੇਰੇ ਅੱਗੇ ਤੇ ਨਾ ਕਿਸੇ ਦੇ ਅੱਗੇ। ਮੈਂ ਕੋਈ ਉਲਾਮਾ ਨਹੀਂ ਦਿੱਤਾ। ਵੇਖੋ ਲੋਕੋ, ਰੱਬ ਨੇ ਮੇਰੇ ਨਾਲ ਕੀ ਕੀਤਾ ਹੈ। ਅਸੀਂ ਤੇ ਰੱਬ ਨੂੰ ਭੰਡਦੇ ਫਿਰਦੇ ਹਾਂ, ਅਸੀਂ ਤੇ ਗੁਰੂ ਨੂੰ ਭੰਡਦੇ ਫਿਰਦੇ ਹਾਂ ਥਾਂ ਥਾਂ ਤੇ। ਲੋ ਜੀ ਛੱਡੋ ਜੀ ਪਰੇ, ਕੁਛ ਨਹੀਂ ਰੱਖਿਆ। ਬਥੇਰੀ ਬਾਣੀ ਪੜ੍ਹ ਲਈ, ਬਥੇਰੀ ਸੇਵਾ ਕਰ ਲਈ। ਅਸੀਂ ਤੇ 40 ਦਿਨ ਨੰਗੇ ਪੈਰੀ ਵੀ ਜਾਂਦੇ ਰਹੇ, ਪਰ ਸਾਡੀ ਤੇ ਮਨ ਦੀ ਮੁਰਾਦ ਨਹੀਂ ਪੂਰੀ ਕੀਤੀ। ਸਾਡੀ ਨਹੀਂ ਸੁਣਦਾ ਰੱਬ। ਵੇਖੋ ਉਲਾਮੇ, ਪਰ ਸਤਿਗੁਰੂ ਕਹਿੰਦੇ ਨਾ ਭਾਈ, ਇਹ ਸਿੱਖੀ ਨਹੀਂ ਹੈ। ਇੱਥੇ ਤੇ ਚਰਖੜੀਆਂ ਤੇ ਚੜ ਕੇ ਵੀ ਉਲਾਮਾ ਨਹੀਂ ਦਿੱਤਾ। ਇਹੀ ਕਿਹਾ ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨ ਜਾਵੇ। ਇੱਥੇ ਤੇ ਬੁੱਚੜਾਂ ਨੇ, ਬੁੱਚੜ ਹਾਕਮਾਂ ਨੇ, ਜ਼ਾਲਮ ਅਫਸਰਾਂ ਨੇ ਉਹ ਸਿੰਘਾਂ ਦੀਆਂ ਅੱਖਾਂ ਤੱਕ ਕੱਢ ਦਿੱਤੀਆਂ, ਪਰ ਉਹਨਾਂ ਸਿੰਘਾਂ ਨੇ ਸ਼ਹਾਦਤ ਦਾ ਪਿਆਲਾ ਤੇ ਪੀਤਾ, ਪਰ ਉਲਾਂਭਾ ਕੋਈ ਨਹੀਂ ਦਿੱਤਾ। ਉਹਨਾਂ ਸਿੰਘਾਂ ਦੇ ਸਰੀਰਾਂ ਤੇ ਤੇਜ਼ਾਬ ਪਾਏ ਗਏ, ਉਹਨਾਂ ਨੇ ਸਭ ਕੁਝ ਸਿਆ, ਪਰ ਉਲਾਂਭਾ ਕੋਈ ਨਹੀਂ ਦਿੱਤਾ। ਉਲਾਹਨੋਂ ਮੈਂ ਕਾਹੂ ਨਾ ਦਿਓ। ਮਨ ਮੀਠ ਤੁਹਾਰੋ ਕੀਓ। ਮੈਂ ਤੇ ਤੇਰਾ ਕੀਤਾ ਮਿੱਠਾ ਕਰਕੇ ਮੰਨ ਲਿਆ। ਆਪਣੇ ਮਨ ਵਿੱਚ ਹੈ ਮਰੇ ਵਾਹਿਗੁਰੂ, ਕਿਉਂਕਿ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ